सतनाम। वाहिगुरु साहिब जी। ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। डंडौत बंदन अनेक बार, सर्व कला समरथ। डोलण ते राखो प्रभु, नानक दे कर हाथ। सतनाम। वाहिगुरु साहिब जी। ज्ञानहीनंग अज्ञान पूजा, अंध वर्तावा पाओ दूजा। ज्ञानहीनंग अज्ञान पूजा, अंध वर्तावा पाओ दूजा। परम सन्मानयोग सतगुरां दी साजी निवाजी गुरु रूप गुरु प्यारी साध संगत जीओ। जाहर पीर जगत गुरु बाबा सिख धर्म दे बानी धन सतगुरु गुरु नानक साहिब सच्चे पातशाह, तिन्हां दे पवित्र मुखार बिंद तो उच्चारण किए हुए पावन श्लोक, जो श्लोक 12 ते वधीक अंदर सुभाईमान ने, तिन्हां श्लोकां दी लड़ीवार विचार आप जी निता प्रति सरवण करते आ रहे हो। विचार अधीन पावन श्लोक जिसका मूल पाठ हुणे आप जी ने सरवण किया है, ये पावन श्लोक ही अज की विचार का केंद्र है। आओ मन बिरतियां नूं इकागर करदियां होइयां गुरमत विचार की आरंभता तो पहला कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सांझ पाइए। सारे आखो जी वाहिगुरु जी का खालसा वाहिगुरु जी की फतेह। सतगुरु जी फरमान करते ने, ज्ञानहीनं अज्ञान पूजा। पातशाह फरमाउंदे ने कि भाई, जो मनुख ज्ञान तो सखना हुंदा है, हीना हुंदा है, अज्ञान पूजा उही मनुख अज्ञानता की पूजा करता है। जिहड़ा मनुख ज्ञान तो सखना है। हुण जदों ज्ञान शब्द ते आपां विचार करिए, ज्ञान शब्द नूं समझिए, दुनिया अंदर बड़े प्रकार का ज्ञान है, पर बादशाह इत्थे किते संसारी ज्ञान का जिक्र नहीं कर रहे, दुनिया के ज्ञान का जिक्र नहीं कर रहे। बड़े प्रकार का दुनिया में ज्ञान है, पर सतगुरु जी जो इत्थे
ਗਿਆਨ ਦੀ ਗੱਲ ਕਰ ਰਹੇ ਨੇ ਉਹ ਆਤਮਿਕ ਗਿਆਨ ਦੀ, ਮਨ ਦੇ ਗਿਆਨ ਦੀ। ਤੇ ਗਿਆਨ ਦਾ ਅਰਥ ਸੂਝ ਅਤੇ ਸਮਝ। ਹਜ਼ੂਰ ਆਖਦੇ ਨੇ ਕਿ ਜਿਹੜੇ ਮਨੁੱਖ ਆਤਮਿਕ ਗਿਆਨ ਤੋਂ, ਮਨ ਦੇ ਗਿਆਨ ਤੋਂ ਸਖਣੇ ਹੁੰਦੇ ਨੇ, ਐਸੇ ਮਨੁੱਖ ਹੀ ਅਗਿਆਨਤਾ ਦੀ ਪੂਜਾ ਵਿੱਚ ਜੁੜਦੇ ਨੇ, ਅਗਿਆਨਤਾ ਨੂੰ ਪਸੰਦ ਕਰਦੇ ਨੇ, ਕਿਉਂਕਿ ਗਿਆਨ ਤੋਂ ਸਖਣੇ ਨੇ। ਜਦੋਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਜੀ ਇਸ ਗਿਆਨ ਨੂੰ ਬਾਣੀ ਦੇ ਅੰਦਰ ਦੀਵਾ ਆਖਦੇ ਨੇ, ਇਸ ਗਿਆਨ ਨੂੰ ਬਾਣੀ ਦੇ ਅੰਦਰ ਚਾਨਣ ਆਖਦੇ ਨੇ। ਤੇ ਹੋਰ ਪਾਤਸ਼ਾਹ ਜੀ ਦੀ ਬਾਣੀ ਨੂੰ ਵਿਚਾਰੀਏ, ਹਜ਼ੂਰ ਆਖਦੇ ਨੇ ਕਿ ਭਾਈ ਇਹ ਗਿਆਨ ਇੱਕ ਹਨੇਰੀ ਵੀ ਹੈ। ਜਿੱਥੇ ਚਾਨਣ ਹੈ ਨਾ ਗਿਆਨ, ਉੱਥੇ ਗਿਆਨ ਹਨੇਰੀ ਵੀ ਹੈ। ਜਿਸ ਨੂੰ ਬਾਬਾ ਕਬੀਰ ਸਾਹਿਬ ਆਖਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬੰਦੀ। ਗਿਆਨ ਇੱਕ ਹਨੇਰੀ ਵੀ ਹੈ ਤੇ ਗਿਆਨ ਇੱਕ ਚਾਨਣ ਵੀ ਹੈ। ਜਿਹੜਾ ਚਾਨਣ ਸਾਡੇ ਅੰਦਰ ਦੇ ਦੀਵੇ ਨੂੰ ਜਗਾਉਂਦਾ, ਹੁਣ ਜਿਵੇਂ ਦੀਵੇ ਨੂੰ ਜਗਾਉਣਾ ਹੋਵੇ ਉਹਦੇ ਵਾਸਤੇ ਮਾਚਿਸ ਦੀ ਲੋੜ ਹੁੰਦੀ ਹੈ, ਅੱਗ ਦੀ ਲੋੜ ਹੁੰਦੀ ਹੈ ਦੀਵਾ ਬਾਲਣ ਵਾਸਤੇ। ਸਤਿਗੁਰੂ ਆਖਦੇ ਨੇ ਕਿ ਭਾਈ ਸਾਡੇ ਅੰਦਰ ਇੱਕ ਵਿਵੇਕਤਾ ਦਾ ਦੀਵਾ ਹੈ, ਸਾਡੇ ਅੰਦਰ ਵਿਵੇਕ ਇੱਕ ਦੀਵੇ ਦੀ ਨਿਆਈ ਹੈ। ਪਰ ਆਪਣੇ ਅੰਦਰ ਦੇ ਵਿਵੇਕ ਰੂਪੀ ਦੀਵੇ ਨੂੰ ਅਸੀਂ ਗਿਆਨ ਦੇ ਰਾਹੀਂ ਜਗਾਉਣਾ ਹੈ, ਸੱਚ ਦੀ ਵਿਚਾਰ ਦੇ ਰਾਹੀਂ ਆਪਣੇ ਗਿਆਨ ਰੂਪੀ ਦੀਪਕ ਨੂੰ, ਇਹ ਵਿਵੇਕ ਰੂਪੀ ਦੀਪਕ ਨੂੰ ਜਲਾਉਣਾ ਹੈ। ਜਿਸ ਨੂੰ ਪਾਤਸ਼ਾਹ ਬਾਣੀ ਵਿੱਚ ਆਖਦੇ ਨੇ ਕਿ ਜਿਹੜਾ ਸਾਡਾ ਗਿਆਨ ਦਾ ਦੀਪਕ ਹੈ, ਜੋ ਵਿਵੇਕ ਦਾ ਦੀਪਕ ਹੈ, ਜਿਹੜਾ ਵਿਵੇਕ ਦਾ ਦੀਪਕ ਗਿਆਨ ਦੇ ਨਾਲ ਬਲਣਾ ਚਾਹੀਦਾ ਸੀ, ਉਹ ਬਲ ਹੀ ਰਿਹਾ। ਭਗਤ ਰਵਿਦਾਸ ਸਾਹਿਬ ਜੀ ਦਾ ਵਚਨ ਹੈ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਹੁਣ ਕਿਉਂ ਨਹੀਂ ਵਿਵੇਕ ਦਾ ਦੀਪਕ ਬਲ ਰਿਹਾ? ਕਿਉਂਕਿ ਸਾਡਾ ਜਿਹੜਾ ਪਿਆਰ ਹੈ ਉਹ ਗਿਆਨ ਦੇ ਨਾਲ ਨਹੀਂ। ਸਾਡਾ ਜਿਹੜਾ ਪਿਆਰ ਪੈ ਚੁੱਕਾ ਹੈ ਉਹ ਅਗਿਆਨਤਾ ਦੇ ਨਾਲ ਪੈ ਚੁੱਕਾ ਹੈ। ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਇਸ ਕਰਕੇ ਸਾਡਾ ਅੰਦਰ ਦਾ ਜਿਹੜਾ ਦੀਵਾ ਹੈ ਉਹ ਮਲੀਨ ਹੋ ਚੁੱਕਾ ਹੈ, ਮਦਮ ਪੈ ਚੁੱਕਾ ਹੈ। ਅੰਤਰ ਅਗਿਆਨ ਭਈ ਮਤ ਮਦਮ, ਸਤਿਗੁਰੂ ਕੀ ਪ੍ਰਤੀਤ ਨਾਹੀ। ਜੋ ਅਗਿਆਨਤਾ ਹੈ ਇਹ ਸਾਡੇ ਵਿਵੇਕ ਰੂਪੀ ਦੀਵੇ ਨੂੰ ਅਗਿਆਨਤਾ ਮੈਲਾ ਕਰਦੀ ਹੈ, ਬੁਝਾਉਂਦੀ ਹੈ। ਤੇ ਜੋ ਗਿਆਨ ਹੈ ਸਾਡੇ ਅੰਦਰ ਦੇ ਦੀਪਕ ਨੂੰ ਬਾਲਦਾ ਹੈ। ਗਿਆਨ ਤੋਂ ਭਾਵ ਸੱਚ ਦੀ ਵਿਚਾਰ, ਜਿਸ ਨੂੰ ਸਤਿਗੁਰੂ ਜੀ ਬਾਣੀ ਅੰਦਰ ਆਖਦੇ ਨੇ, ਪੋਥੀ ਪੁਰਾਨ ਕਮਾਈਏ, ਭਉ ਵੱਟੀ ਇਤ ਤਨ ਪਾਈਏ, ਸੱਚ ਬੁੱਝਣ ਆਣ ਜਲਾਈਏ, ਇਹ ਤੇਲ ਦੀਵਾ ਇਉ ਜਲੇ, ਕਰ ਚਾਨਣ ਸਾਹਿਬ ਤੋਂ ਮਿਲੇ। ਸੱਚ ਬੁੱਝਣ ਆਣ ਜਲਾਈਏ, ਇਸ ਵਿਵੇਕ ਦੇ ਦੀਵੇ ਨੂੰ ਸੱਚ ਦੀ ਵਿਚਾਰ ਦੇ ਨਾਲ ਬਾਲਣਾ ਹੈ, ਤਾਂ ਕਿ ਸਾਡੇ ਅੰਦਰ ਰੋਸ਼ਨੀ ਹੋ ਸਕੇ, ਆਤਮਿਕ ਜੀਵਨ ਦਾ ਸਾਨੂੰ ਚਾਨਣ ਪ੍ਰਾਪਤ ਹੋ ਸਕੇ। ਪਰ ਇਹ ਗੁਰੂ ਤੋਂ ਬਿਨਾ ਵਿਵੇਕ ਦਾ ਦੀਪਕ ਬਲਣਾ ਨਹੀਂ ਅੰਦਰ। ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਕਿ ਗੁਰੂ ਤੋਂ ਬਿਨਾ ਸਾਡੇ ਅੰਦਰ ਦਾ ਵਿਵੇਕ ਦਾ ਦੀਪਕ ਉਹ ਬਲੇਗਾ ਨਹੀਂ। ਤੇ ਜੇ ਸਾਡੇ ਅੰਦਰ ਹਨੇਰਾ ਹੋਵੇਗਾ ਤੇ ਫਿਰ ਬਾਹਰ ਅਸੀਂ ਜਿਹੜੇ ਕਰਮ ਕਰਾਂਗੇ ਧਰਮ ਦੇ ਨਾਮ ਉੱਤੇ, ਜੇ ਅੰਦਰ ਅਗਿਆਨਤਾ ਹੈ, ਫਿਰ ਧਰਮ ਦੇ ਅਸੀਂ ਜਿਹੜੇ ਵੀ ਕਰਮ ਕਰਾਂਗੇ
ਉਹਨਾਂ ਨੂੰ ਆਖਿਆ ਜਾਏਗਾ ਕਰਮ ਕਾਂਡ। ਕਰਮ ਕਾਂਡ ਕਦੋਂ ਬਣਦੇ ਨੇ? ਜਦੋਂ ਅੰਦਰ ਅਗਿਆਨਤਾ ਹੋਵੇ। ਤੇ ਜਦੋਂ ਅੰਦਰ ਗਿਆਨ ਹੈ ਤੇ ਫਿਰ ਅਸੀਂ ਬਾਹਰਲੇ ਕਰਮ ਕਰਾਂਗੇ। ਉਹਨਾਂ ਕਰਮਾਂ ਨੂੰ ਆਖਦੇ ਨੇ ਸੁਕ੍ਰਿਤ ਕਰਮ, ਨਿਰਮਲ ਕਰਮ, ਸ੍ਰੇਸ਼ਟ ਕਰਮ, ਚੰਗੇ ਕਰਮ। ਕਿਉਂ? ਕਿਉਂਕਿ ਗਿਆਨ ਦੀ ਰੋਸ਼ਨੀ ਅੰਦਰ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਤੇ ਜਿਹੜੇ ਕਰਮ ਅਗਿਆਨਤਾ ਅੰਦਰ ਕਰ ਰਹੇ ਹਾਂ, ਹਨੇਰੇ ਅੰਦਰ ਕਰ ਰਹੇ ਹਾਂ, ਉਹਨਾਂ ਕਰਮਾਂ ਨੂੰ ਕਰਮ ਕਾਂਡ ਆਖਿਆ ਜਾਂਦਾ ਹੈ, ਪਖੰਡ ਆਖਿਆ ਜਾਂਦਾ ਹੈ। ਪਖੰਡ ਸ਼ੁਰੂ ਬਾਹਰੋਂ ਨਹੀਂ ਹੋ ਰਿਹਾ, ਸਾਡੇ ਅੰਦਰੋਂ ਹੋ ਰਿਹਾ ਹੈ। ਕਰਮ ਕਾਂਡ ਬਾਹਰੋਂ ਸ਼ੁਰੂ ਨਹੀਂ ਹੋ ਰਿਹਾ, ਕਰਮ ਕਾਂਡ ਸਾਡੇ ਅੰਦਰੋਂ ਸ਼ੁਰੂ ਹੋ ਰਹੇ ਨੇ। ਕਾਰਨ ਕੀ? ਗਿਆਨਹੀਨ। ਜੋ ਅੱਜ ਦੇ ਸ਼ਲੋਕ ਵਿੱਚ ਪਾਤਸ਼ਾਹ ਆਖਦੇ ਨੇ ਕਿ ਸਾਡਾ ਅੰਦਰ ਗਿਆਨ ਤੋਂ ਸਖਣਾ ਹੈ। ਗਿਆਨ ਦੇ ਨਾਲ ਵਿਵੇਕ ਦਾ ਦੀਪਕ ਬਾਲਿਆ ਨਹੀਂ ਅਸੀਂ। ਗਿਆਨ ਰਤਨ ਸਭ ਸੋਝੀ ਹੋਏ। ਗਿਆਨ ਇੱਕ ਐਸਾ ਰਤਨ ਹੈ ਜਿਸ ਦੇ ਨਾਲ ਆਤਮਿਕ ਜੀਵਨ ਦੀ ਸੋਝੀ ਹੋਣੀ ਹੈ। ਗੁਰ ਪ੍ਰਸਾਦ ਅਗਿਆਨ ਵਿਨਾਸ਼ੇ, ਅਨਦਿਨ ਜਾਗੈ ਵੇਖੇ ਸੱਚ ਸੋਏ। ਫਿਰ ਗੁਰੂ ਦੀ ਕਿਰਪਾ ਨਾਲ ਇਸ ਗਿਆਨ ਦੇ ਰਾਹੀਂ ਸਾਡੇ ਅੰਦਰੋਂ ਅਗਿਆਨਤਾ ਖਤਮ ਹੁੰਦੀ ਹੈ, ਮਨ ਸੁਚੇਤ ਹੁੰਦਾ ਹੈ। ਫਿਰ ਅਸੀਂ ਸੱਚ ਨੂੰ ਵੇਖ ਸਕਦੇ ਹਾਂ, ਸੱਚ ਨੂੰ ਸਮਝ ਸਕਦੇ ਹਾਂ। ਕਦੋਂ? ਗਿਆਨ ਰਤਨ ਸਭ ਸੋਝੀ ਹੋਏ। ਗੁਰੂ ਨਾਨਕ ਸਾਹਿਬ ਜੀ ਵੀ ਬਾਣੀ ਅੰਦਰ ਆਖਦੇ ਨੇ, ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ, ਉਗਵੇ ਸੂਰ ਨਾ ਜਾਪੇ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉੱਥੇ ਅਗਿਆਨਤਾ ਮਿਟ ਜਾਂਦੀ ਹੈ। ਤੇ ਗਿਆਨ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਸਾਡੇ ਆਤਮਿਕ ਜੀਵਨ ਦੇ ਗਿਆਨ ਦਾ ਜ਼ਿਕਰ ਹੋ ਰਿਹਾ ਹੈ, ਆਤਮਿਕ ਜੀਵਨ ਦੀ ਸੂਝ ਦਾ ਜ਼ਿਕਰ ਹੋ ਰਿਹਾ ਹੈ। ਦੁਨੀਆ ਅੰਦਰ ਬੜਾ ਗਿਆਨ ਹੈ, ਗਿਆਨ ਦੀ ਕਮੀ ਨਹੀਂ। ਸਾਡੇ ਸਰੀਰ ਦਾ ਵੀ ਗਿਆਨ ਹੈ। ਅੱਖਾਂ ਦੇ ਡਾਕਟਰ ਨੇ ਜਿਨ੍ਹਾਂ ਨੂੰ ਅੱਖਾਂ ਦਾ ਗਿਆਨ ਹੈ, ਕੰਨਾਂ ਦੇ ਡਾਕਟਰ ਨੇ ਜਿਨ੍ਹਾਂ ਨੂੰ ਕੰਨਾਂ ਦਾ ਗਿਆਨ ਹੈ। ਪਰ ਇੱਥੇ ਨਾ ਅੱਖਾਂ ਦੇ ਗਿਆਨ ਦਾ ਜ਼ਿਕਰ ਹੋ ਰਿਹਾ ਹੈ ਬਾਹਰੀ, ਨਾ ਕੰਨਾਂ ਦੇ। ਸਿਰਫ ਜ਼ਿਕਰ ਹੋ ਰਿਹਾ ਹੈ ਕਿ ਆਤਮਿਕ ਮਨ ਦੇ ਗਿਆਨ ਦਾ। ਗਿਆਨ ਬਹੁਤ ਹੈ ਦੁਨੀਆ ਅੰਦਰ, ਪਰ ਆਤਮਿਕ ਸਮਝ ਨਹੀਂ, ਆਤਮਿਕ ਗਿਆਨ ਨਹੀਂ। ਤੇ ਪਾਤਸ਼ਾਹ ਆਖਦੇ ਨੇ, ਇਸ ਕਰਕੇ ਫਿਰ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਗਿਆਨ ਤੋਂ ਬਿਨਾ ਮਨ ਕੀ ਰੋਗੀ ਹੋ ਜਾਂਦਾ ਹੈ, ਭਟਕਣਾ ਵਿੱਚ ਪੈ ਜਾਂਦਾ ਹੈ, ਅਗਿਆਨਤਾ ਵਿੱਚ ਫਸ ਜਾਂਦਾ ਹੈ। ਇਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਖਦੇ ਨੇ, ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਉਹ ਡੂਬੇ ਸਿਆਣੇ। ਬੜੇ ਬੜੇ ਸਿਆਣੇ ਜਿਨ੍ਹਾਂ ਨੂੰ ਬੜਾ ਸੰਸਾਰ ਦਾ ਗਿਆਨ ਸੀ, ਬੜੇ ਸੂਝਵਾਨ ਸਨ, ਬੜੇ ਸਿਆਣੇ ਸਨ, ਪਰ ਗੁਰੂ ਦੀ ਮੱਤ ਤੋਂ ਬਿਨਾ, ਆਤਮਿਕ ਗਿਆਨ ਤੋਂ ਬਿਨਾ ਉਹ ਵੀ ਹੰਕਾਰ ਅੰਦਰ, ਈਰਖਾ ਨਫ਼ਰਤ ਅੰਦਰ, ਨਿੰਦਿਆ ਚੁਗਲੀ ਅੰਦਰ ਡੁੱਬੇ ਹੋਏ ਨੇ। ਕਿਉਂਕਿ ਗਿਆਨ ਬਾਹਰੀ ਬਹੁਤ ਹੈ, ਪਰ ਅੰਦਰ ਨੂੰ ਕਿਵੇਂ ਸ਼ਾਂਤ ਰੱਖਣਾ ਹੈ, ਮਨ ਨੂੰ ਕਿਵੇਂ ਪਵਿੱਤਰ ਤੇ ਸਚਿਆਰਾ ਬਣਾਉਣਾ ਹੈ, ਸਤਿਗੁਰੂ ਜੀ ਆਖਦੇ ਨੇ ਕਿ ਭਾਈ ਇਸ ਦਾ ਗਿਆਨ ਨਹੀਂ ਹੈਗਾ। ਹੁਣ ਆਖਦੇ ਨੇ, ਗਿਆਨ ਹੀਨੰ, ਗਿਆਨ ਤੋਂ ਸਖਣਾ ਮਨੁੱਖ, ਅਗਿਆਨ ਪੂਜਾ। ਇੱਥੇ ਪੂਜਾ ਦਾ ਅਰਥ ਪਸੰਦ ਕਰਦਾ ਹੈ ਬੰਦਾ, ਅਗਿਆਨਤਾ ਨੂੰ ਪਸੰਦ ਕਰ ਰਿਹਾ ਹੈ, ਕਿਉਂਕਿ ਹਨੇਰੇ ਦੇ ਅੰਦਰ ਮਨੁੱਖ ਜੀਣਾ ਸਿੱਖ ਗਿਆ ਹੈ। ਜਿਸ ਤਰ੍ਹਾਂ ਉੱਲੂ ਹੁੰਦਾ ਹੈ, ਉਸਨੂੰ ਚਾਨਣ ਵਿੱਚ ਨਹੀਂ ਦਿਸਦਾ, ਹਨੇਰੇ ਵਿੱਚ ਦਿਸਦਾ। ਉਸਨੂੰ ਹਨੇਰਾ ਚੰਗਾ ਲੱਗਦਾ ਹੈ, ਉੱਲੂ ਨੂੰ ਚਾਨਣ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਗਿਆਨ ਤੋਂ ਸਖਣਾ ਮਨੁੱਖ, ਉਸਨੂੰ ਅਗਿਆਨਤਾ ਚੰਗੀ ਲੱਗਦੀ ਹੈ, ਕਿਉਂਕਿ ਆਦਤ ਬਣ ਚੁੱਕੀ ਹੈ। ਉਸਨੇ ਕਦੀ ਚਾਨਣ ਦੇਖਿਆ ਨਹੀਂ। ਜਿਸ ਤਰ੍ਹਾਂ ਖੂਹ ਦਾ ਡੱਡੂ ਹੋਵੇ ਤੇ ਸਾਰਾ ਕੁਝ, ਸਾਰੀ ਦੁਨੀਆ ਖੂਹ ਨੂੰ ਸਮਝੀ ਜਾਂਦਾ ਹੈ, ਕਿਉਂਕਿ ਉਹਦੀ ਪਾਇਆ ਖੂਹ ਤੀਕਰ ਸੀਮਤ ਹੈ। ਉਸਨੇ ਖੂਹ ਤੋਂ ਬਾਹਰ ਨਿਕਲ ਕੇ ਕਦੀ ਦਰਿਆ ਨੂੰ ਦੇਖੀ ਨਹੀਂ, ਕਦੀ ਸਾਗਰਾਂ ਨੂੰ ਦੇਖੀ ਨਹੀਂ।
ਖੂਹ ਦਾ ਡੱਡੂ ਆਖ ਰਿਹਾ ਕਿ ਇਹ ਖੂਹ ਹੀ ਸਾਗਰ ਹੈ, ਖੂਹ ਹੀ ਸਾਰੀ ਦੁਨੀਆ ਹੈ। ਇਸੇ ਤਰ੍ਹਾਂ ਅਗਿਆਨਤਾ ਵਿੱਚ ਫਸਿਆ ਹੋਇਆ ਜਿਹੜਾ ਮਨੁੱਖ ਹੈ ਉਹ ਹਨੇਰੇ ਨੂੰ ਚਾਨਣ ਸਮਝੀ ਬੈਠਾ ਹੈ ਕਿ ਹਨੇਰਾ ਹੀ ਚਾਨਣ ਹੈ। ਅਗਿਆਨਤਾ ਨੂੰ ਉਹ ਗਿਆਨ ਸਮਝੀ ਬੈਠਾ ਹੈ, ਕਿਉਂਕਿ ਚਾਨਣ ਉਸਨੇ ਕਦੀ ਦੇਖਿਆ ਨਹੀਂ। ਕੂਪ ਭਰਿਓ ਜੈਸੇ ਦਾਦਿਰਾ, ਕਛ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਵਿਖਿਆ ਵਿਮੋਹਿਆ, ਕਛ ਆਰਾ ਪਾਰ ਨਾ ਸੂਝ। ਪਰ ਮੈਨੂੰ ਸਮਝ ਹੀ ਨਹੀਂ ਕਿ ਭਾਈ ਮਨ ਦੀ ਮਤ ਤਿਆਗਾ, ਅਗਿਆਨਤਾ ਦੀ ਮਤ ਤਿਆਗਾ, ਮੈਂ ਗੁਰੂ ਦੀ ਮਤ ਲਵਾਂ, ਗੁਰੂ ਦੇ ਗਿਆਨ ਦੇ ਨਾਲ ਜੁੜਾ, ਜਿਹੜਾ ਗਿਆਨ ਦੇ ਸਾਗਰ ਦੇ ਵਾਂਗ ਬੜਾ ਵਿਸ਼ਾਲ ਹੈ। ਪਰ ਜਦੋਂ ਹਨੇਰੇ ਵਿੱਚ ਅਸੀਂ ਜੀਵਾਂਗੇ, ਮਨ ਦੇ ਤਲ ਤੇ ਅਗਿਆਨਤਾ ਵਿੱਚ ਜੀਵਾਂਗੇ, ਤੇ ਪਿਆਰੇ ਉਦੋਂ ਫਿਰ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਜਿਹੜੇ ਜਿਹੜੇ ਅਸੀਂ ਕਰਮ ਕਰਾਂਗੇ ਧਰਮ ਦੇ ਨਾਮ ਤੇ ਉਹ ਕਰਮ ਕਾਂਡ ਹੋਣਗੇ, ਪਖੰਡ ਹੋਣਗੇ, ਅੰਦਰ ਅਗਿਆਨਤਾ ਹੈ। ਹੁਣ ਕਿਹੜੇ ਕਿਹੜੇ ਅਸੀਂ ਪਖੰਡ ਕਰ ਰਹੇ ਹਾਂ, ਇਹ ਮੈਂ ਨਹੀਂ ਕਹਿ ਰਿਹਾ। ਜਿਨੇ ਪਖੰਡਾਂ ਦਾ ਅਸੀਂ ਜ਼ਿਕਰ ਕਰਾਂਗੇ ਉਹ ਸਤਿਗੁਰਾਂ ਦੀ ਬਾਣੀ ਚੋਂ ਕਰਾਂਗੇ ਕਿ ਕਿਹੜੇ ਕਿਹੜੇ ਅਸੀਂ ਗਿਆਨ ਤੋਂ ਸਖਣੇ ਹੋ ਕੇ ਅਗਿਆਨਤਾ ਵਿੱਚ ਫਸ ਕੇ ਕਿਹੜੇ ਕਿਹੜੇ ਅਸੀਂ ਕਰਮਕਾਂਡ ਕਰ ਰਹੇ ਹਾਂ। ਤੇ ਬੜੇ ਕਰਮਕਾਂਡ ਬਾਦਸ਼ਾਹ ਬਾਣੀ ਅੰਦਰ ਦੱਸਦੇ ਨੇ ਜੋ ਮਨੁੱਖ ਕਰ ਰਿਹਾ ਹੈ। ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ। ਭਰਮਾਂ ਵਿੱਚ ਪਿਆ ਹੋਇਆ ਇਨਸਾਨ, ਪਾਤਸ਼ਾਹ ਕਹਿੰਦੇ ਨੇ, ਪਾਣੀ ਨੂੰ ਰਿੜਕੀ ਜਾ ਰਿਹਾ ਹੈ। ਪਾਣੀ ਨੂੰ, ਇੱਕ ਕਰਮਕਾਂਡ ਪਾਣੀ ਦੀ ਨਿਆਈ ਨੇ, ਰਿੜਕੀ ਜਾ ਰਿਹਾ ਪਾਣੀ ਨੂੰ। ਜਿਤਨਾ ਮਰਜ਼ੀ ਰਿੜਕੀਏ, ਸਮਾਂ ਲੱਗੇਗਾ, એનર્ਜੀ ਲੱਗੇਗੀ ਸਾਡੀ, ਪਰ ਉਹਦੇ ਅੰਦਰੋਂ ਪ੍ਰਾਪਤ ਕੁਝ ਨਹੀਂ ਹੋਵੇਗਾ, ਪ੍ਰਾਪਤ ਨਹੀਂ ਕੁਝ ਹੋਵੇਗਾ। ਐਸੋ ਅਚਰਜ ਦੇਖਿਓ ਕਬੀਰ, ਦਦ ਕੇ ਭੁੱਲੇ ਬਰੁਲੇ ਨੀਰ। ਦੁੱਧ ਦੇ ਭਲੇਖੇ ਬੰਦਾ ਪਾਣੀ ਨੂੰ ਰਿੜਕ ਰਿਹਾ ਹੈ। ਪੰਡਿਤ ਦਹੀਂ ਵਿਲੋਈਏ ਭਾਈ, ਵਿੱਚੋਂ ਨਿਕਲੇ ਤੱਥ, ਜਲ ਮਤੀਏ ਜਲ ਦੇਖੀਏ ਭਾਈ, ਇਹ ਜਗ ਇਹਾ ਵੱਥ। ਪਾਤਸ਼ਾਹ ਆਖਦੇ ਨੇ, ਹੇ ਸਿਆਣੇ ਮਨੁੱਖ ਪੰਡਿਤ ਜੀ, ਤੁਸੀਂ ਦੁੱਧ ਨੂੰ ਰਿੜਕੋਗੇ ਤੇ ਮੱਖਣ ਨਿਕਲੇਗਾ, ਜੇ ਪਾਣੀ ਨੂੰ ਰਿੜਕੋਗੇ ਤੇ ਅੰਦਰ ਪਾਣੀ ਹੀ ਦਿਸੇਗਾ। ਪਾਤਸ਼ਾਹ ਦੇ ਜੇ ਸ਼ਬਦ ਨੂੰ ਵਿਚਾਰਾਂਗੇ, ਸ਼ਬਦ ਨੂੰ ਰਿੜਕਾਂਗੇ, ਤੇ ਇਹਦੇ ਅੰਦਰੋਂ ਤਤ ਗੁਰਮਤਿ ਦੀ ਪ੍ਰਾਪਤੀ ਹੋਵੇਗੀ, ਗੁਰਮਤਿ ਦਾ ਮੱਖਣ ਹਾਸਲ ਹੋਵੇਗਾ। ਭਾਈ ਜੇ ਕਰਮ ਕਾਂਡਾਂ ਨੂੰ ਕਰੀ ਜਾਵਾਂਗੇ ਤੇ ਉਹਦੇ ਅੰਦਰੋਂ ਪ੍ਰਾਪਤ ਕੁਝ ਨਹੀਂ ਹੋਵੇਗਾ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ, ਤਤ ਨਾ ਜਾਈਏ ਭਾਈ। ਹਰੀ ਦੇ ਨਾਮ ਨੂੰ, ਸ਼ਬਦ ਨੂੰ ਰਿੜਕੀਏ, ਵਿਚਾਰ ਕਰੀਏ, ਤਾਂ ਕਿ ਉਹਦੇ ਅੰਦਰੋਂ ਮੈਨੂੰ ਕੁਝ ਗੁਰਮਤਿ ਦੀ ਸਮਝ ਪੈ ਸਕੇ, ਆਤਮਿਕ ਚਾਨਣ ਮਿਲ ਸਕੇ, ਤਾਂ ਕਿ ਜਿਹੜੇ ਜਿਹੜੇ ਮੈਂ ਕਰਮ ਕਾਂਡ ਕਰ ਰਿਹਾ ਇਹ ਛੁੱਟ ਜਾਣ। ਤੇ ਕਿਹੜੇ ਕਿਹੜੇ ਪਾਤਸ਼ਾਹ ਆਖਦੇ ਨੇ, ਘਰ ਮੈਂ ਠਾਕੁਰ ਨਦਰ ਨਾ ਆਵੇ, ਭਰਮੇ ਭੁੱਲਾ ਸਾਕਤ ਫਿਰਤਾ। ਇਹਦਾ ਪਹਿਲਾ ਬੰਦ ਹੈ, ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ। ਪਾਤਸ਼ਾਹ ਨੇ ਦੇਖੋ ਕਿੰਨੀ ਅਗਿਆਨਤਾ, ਜਿਹੜਾ ਰੱਬ ਸੱਚੀ ਮੁੱਚੀ ਅੰਦਰ ਬੈਠਾ ਹੈ ਉਹ ਨਜ਼ਰ ਨਹੀਂ ਆ ਰਿਹਾ, ਪਰ ਉਹਦੇ ਨਾਮ ਦੇ ਗਲ ਵਿੱਚ ਤਵੀਤ ਪਾ ਰਹੇ ਹਾਂ, ਤਸਵੀਰਾਂ ਗਲ ਵਿੱਚ ਪਾ ਰਹੇ ਹਾਂ, ਪੱਥਰ ਗਲ ਵਿੱਚ ਪਾ ਰਹੇ ਹਾਂ, ਛੋਟੇ ਛੋਟੇ ਬੁੱਤ ਗਲ ਵਿੱਚ ਪਾ ਰਹੇ ਹਾਂ ਬਣਾ ਕੇ ਕਿ ਮੇਰੇ ਇਸ਼ਟ ਦੀ ਫੋਟੋ ਹੈ, ਇਹ ਮੇਰੇ ਰੱਬ ਦੀ ਤਸਵੀਰ ਹੈ। ਬਾਦਸ਼ਾਹ ਕਹਿੰਦੇ ਨੇ ਜਿਹੜਾ ਅੰਦਰ ਪ੍ਰਤੱਖ ਬੈਠਾ ਹੈ ਉਹ ਨਜ਼ਰ ਨਹੀਂ ਆ ਰਿਹਾ। ਘਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ। ਤੂੰ ਗਲ ਵਿੱਚ ਤਸਵੀਰਾਂ ਪਾ ਕੇ ਬੈਠਾ ਹੈ, ਜਿਸ ਨੂੰ ਸਵਈਆਂ ਦੇ ਅੰਦਰ ਅਸੀਂ ਪੜ੍ਹਦੇ ਹਾਂ, ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬਤਾਨ ਕੋ ਪੂਜਤ ਹੈ ਬਸ਼, ਕੋ ਮਰਤਾਨ ਕੋ ਪੂਜਨ ਧਾਇਓ। ਤੇ ਬਾਦਸ਼ਾਹ ਆਖਦੇ ਨੇ
कूर क्रिया गुर जो सब ही जग, श्री भगवान को भेद ना पाए। हजूर आखते ने कूर क्रिया ऐसे कर्म कांडा अंदर फस के मनुख असल रास्ता भुल ही चुका है। श्री भगवान को भेद ना पायो, पर जिहड़ा असल रब है वो तो समझे ही नहीं। तू तो दुध के भुलेखे पानी में रिड़की जा रहा है। अज्ञान पूजा, तू अज्ञानता की पूजा करी जा रहा, अज्ञानता को पसंद कर रहा है। अज्ञानता वश होके सी शराब वाले कर्म करी जा रहे हैं, जिसनों बाबा कबीर साहब आखते ने ये कित्थों निकलियां ये चीज़ां। क्यों असी कर्म कर रहे हैं? क्योंकि ज्ञान को अंदर सखना है। जीवत पितर ना माने को, मोए सिरात किराही, पितर पी बपरे कहो क्यों पावे, कोवा कुकर खाही। अज्ञानता वश होके असी वर्त रख रहे हैं। ज्ञानहीन अज्ञान पूजा, ये अज्ञानता वाली पूजा असी कर रहे हैं, जिसनों बादशाह आखते ने अन्न ना खाहे देही दुख दीजै, बिन गुर ज्ञान तृप्त ना दीजै। भाई ज्ञान तो बिना अंदर तृप्त नहीं होवेगा। छोटे अन्न करे पखंड, ना हो सुहागन ना हो रंड, ज्ञानहीन अज्ञान पूजा। साडी घर अंदर जिथे श्राद्ध ने वर्त ने, ये सारे पक्ष गुरबाणी अंदरों ने, क्योंकि अज विशा ये है कर्मकांड का। इस करके बाणी के अंदर जेड़े जेड़े कर्म आए ने उन्होंने विचारन का, समझन का यत्न करिए। इसी तरह आसा की वार अंदर बादशाह सूतक के भरम का जिक्र करते हैं। सबो सूतक भरम है, पर यह भरम साडे घरां विच बढ़िया है। पर मुबारक ने वो गुरसिख, वो गुरमुख जिहड़े बाणी नूं समझते हैं, जिहड़े ऐसे सूतक वर्गे, शराधा वर्गे, वर्तां वर्गे कर्म कांडां नूं नहीं मनदे। मुबारक ऐसे गुरमुख चंगे ने। पर हजूर आखते ने बहुतियां दी हालत की है, इहो है। पातशाह आखते ने सबो सूतक भरम है, दूजा लगे जाए। ये भरम है भाई, पर यह भरम किवें उतरेगा? नानक सूतक एव ना उतरे, ज्ञान उतारे धोए। ये जड़ा सूतक का सानू भरम लगा होया है, ये गुरु ज्ञान दे नाल उतरेगा। गुरु ज्ञान नाल ये भरम साडे अंदरों खत्म होवेगा। इसी तरह थित्तां बारां दी विचार करनी कि फलाना दिन चंगा है, फलाना माड़ा है, शनिवार माड़ा है, या फलाना संग्रांद वाला दिन या मस्या वाला दिन ये चंगा है। पर कित्थों कित्थों निकली ये विचार? ज्ञानहीन अज्ञान पूजा। पर सतगुरां पुछ के देखियो मनदे ने। पातशाह ने सतगुर बाजो अंध उबार, थित्ती वार सेवै मुगत गुवार। के भाई जिहड़े थित्ते वारां दी विचार करदे ने, ऐसे इंसान ते असल विच मूर्ख ने। सारे दिन ही चंगे ने, जिहड़े दिन उस मालक की रजा विच गुजरन, गुरु चरणां नाल जुड़ के जीवन गुजरे। एक एक पल चंगा है। शनिवार क्यों माड़ा है, भी रब की देन है। कोई महीना कोई दिन माड़ा नहीं, पर साडे अंदर ये भी भरम है। होर विचारिए ते होर भी पातशाह आखदे ने, दुविधा ना पढ़ो, हर दिन होर ना पूजो, मड़े निशान ना जाए। बड़े लोग ने जो अज्ञानता वश हो के कोई मड़ियां ते मत्था टेक रहा है, कोई मसाना ते मत्था टेक रहा है। क्यों टेक रहा है? ज्ञानहीन अज्ञान पूजा। ज्ञान तो सखना है, अज्ञानता की पूजा कर रहा है। पत्थरां नूं मत्थे टेक रहा है, मसाना ते जाके नक रगड़दा पिया है। ते बादशाह आखदे ने, जो पाथर की पाई पाए, तिसकी घाल अजाई जाए। जो पत्थरां नूं सेवदा है, ना पाथर बोले ना किछ दे, फोकट करन नेफल है सेव। ये भाई पत्थरां नूं जाके सिर नवाउणा, पत्थरां दी जाके सेवा करनी, फोकट कर्म नेफल है सेव। ये सारे फोकट कर्म ने, ये सेवा नेफल है।
ਇਹ ਸੇਵਾ ਥਾਏ ਨਹੀਂ ਪੈਣ ਵਾਲੀ। ਇਸੇ ਤਰ੍ਹਾਂ ਬਾਦਸ਼ਾਹ ਆਖਦੇ ਨੇ ਕਿੰਨੇ ਕੁ ਕਰਮ ਅਸੀਂ ਕਰ ਰਹੇ ਹਾਂ। ਕੋਈ ਪੱਥਰਾਂ ਦੀ ਟੇਕ ਲੈ ਰਿਹਾ ਹੈ, ਪੱਥਰਾਂ ਨੂੰ ਪੂਜ ਰਿਹਾ, ਮੱਥੇ ਟੇਕ ਰਿਹਾ ਹੈ, ਤੇ ਕੋਈ ਜਿਉਂਦੇ ਦੀ ਬੁੱਤਾਂ ਨੂੰ ਮੱਥੇ ਟੇਕੀ ਜਾ ਰਿਹਾ ਹੈ। ਕੋਈ ਪੱਥਰਾਂ ਨੂੰ, ਕੋਈ ਹੱਡ ਮਾਸ ਦੇ ਬੁੱਤਾਂ ਨੂੰ। ਇਹ ਦੇਹਧਾਰੀ ਪ੍ਰਥਾ ਵੀ ਤੇ ਇੱਥੋਂ ਹੀ ਆਰੰਭ ਹੁੰਦੀ ਹੈ, ਸਾਡੀ ਅਗਿਆਨਤਾ ਵਿੱਚੋਂ। ਸਰੀਰਾਂ ਨੂੰ ਮੱਥੇ ਟੇਕਣੇ, ਸਰੀਰਾਂ ਨੂੰ ਗੁਰੂ ਬਣਾ ਕੇ ਪੂਜਣਾ, ਇਹ ਕਿੱਥੋਂ ਪੈਦਾ ਹੋ ਰਿਹਾ ਹੈ? ਗਿਆਨਹੀਨ ਅਗਿਆਨ ਪੂਜਾ। ਤੇ ਬਾਦਸ਼ਾਹ ਆਖਦੇ ਨੇ ਮਾਨੂ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ। हे ਭਾਈ ਤੂੰ ਮਨੁੱਖਾਂ ਦੀ ਟੇਕ ਨੂੰ ਛੱਡ। ਤੇ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਆਪਣੇ ਕਵਿਤ ਅੰਦਰ ਉਹ ਵੀ ਇਸ ਵਿਸ਼ੇ ਤੇ ਸਾਨੂੰ ਸੇਧ ਦਿੰਦੇ ਨੇ। ਭਾਈ ਗੁਰਦਾਸ ਜੀ ਗੁਰਸਿੱਖ ਦਾ ਜ਼ਿਕਰ ਕਰਦੇ ਨੇ ਕਿ ਗੁਰਸਿੱਖ ਜਿਸ ਦੇ ਅੰਦਰ ਇੰਨਾ ਸਿਦਕ ਹੈ, ਇੰਨਾ ਭਰੋਸਾ ਹੈ ਗਿਆਨ ਦੇ ਪ੍ਰਤੀ ਕਿ ਉਹ ਅਗਿਆਨਤਾ ਵਾਲੇ ਪਾਸੇ ਨਹੀਂ ਪੈਂਦਾ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤੇ ਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਜਿਸ ਤਰ੍ਹਾਂ ਸੁਹਾਗਣ ਦੀ ਇਸਤਰੀ ਦੀ ਨਿਸ਼ਾਨੀ ਹੈ ਕਿ ਇੱਕ ਪਤੀ ਤੋਂ ਬਿਨਾਂ ਦੂਸਰੇ ਵੱਲ ਨਹੀਂ ਝਾਕਦੀ। ਜਿਹਦੇ ਨਾਲ ਲੜ ਲੱਗੀ ਹੋਈ ਹੈ ਉਹਦੇ ਨਾਲ ਰਹਿੰਦੀ ਹੈ, ਦੂਸਰੀ ਝਾਕ ਨਹੀਂ। ਪੂਰਨ ਭਰੋਸਾ ਵਿਸ਼ਵਾਸ ਆਪਣੀ ਪ੍ਰਤੀ ਤੇ ਹੈ। ਉਹ ਫਰਜ਼ ਪਤੀ ਬ੍ਰਤਾ ਦੇ ਨਿਭਾਉਂਦੀ ਹੈ। ਜਿਨ੍ਹਾਂ ਨਾਲ ਸੁਹਾਗਣੀ ਤਿੰਨਾ ਝਾਕ ਨਾ ਹੋਵੇ। ਇਸੇ ਤਰ੍ਹਾਂ ਬਾਦਸ਼ਾਹ ਕਹਿੰਦੇ ਨੇ ਕਿ ਭਾਈ ਜੋ ਗੁਰੂ ਗਿਆਨ ਨਾਲ, ਗੁਰੂ ਸ਼ਬਦ ਨਾਲ ਜੋ ਸੇਵਕ ਜੁੜਿਆ ਹੋਇਆ ਹੈ, ਉਹ ਵੀ ਫਿਰ ਗੁਰੂ ਸ਼ਬਦ ਤੇ ਭਰੋਸਾ ਰੱਖਦਾ ਹੈ। ਉਹਦੀਆਂ ਨਿਗਾਹਾਂ ਵੀ ਗੁਰੂ ਸ਼ਬਦ ਵੱਲ ਨੇ, ਉਹਦੇ ਕੰਨ ਵੀ ਗੁਰੂ ਸ਼ਬਦ ਵੱਲ ਨੇ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਉਹ ਦੂਸਰੇ ਤੀਸਰੇ ਪਾਸੇ ਨਹੀਂ ਜਾਂਦਾ। ਸ਼ਹਿ ਕੀ ਸਾਰ ਸੁਹਾਗਣ ਜਾਣੇ, ਤਦ ਅਭਿਮਾਨ ਸੁਖ ਰੜੀਆਂ ਮਾਨੇ। ਮਨ ਤਨ ਦੇਹ ਨਾ ਅੰਤਰ ਰੱਖੇ, ਅਵਰਾ ਦੇਖ ਨਾ ਸੁਣੇ ਅਪਾਖੇ। ਸੁਹਾਗਣ ਦੀ ਇਸਤਰੀ ਉਹ ਗੁਰੂ ਤੋਂ ਬਿਨਾ ਨਾ ਗੁਰੂ ਦੇ ਤੁਲ ਕਿਸੇ ਨੂੰ ਦੇਖਦੀ ਹੈ ਤੇ ਨਾ ਗੁਰੂ ਦੇ ਤੁਲ ਕਿਸੇ ਨੂੰ ਸੁਣਦੀ ਹੈ। ਤੇ ਭਾਈ ਗੁਰਦਾਸ ਜੀ ਆਖਦੇ ਨੇ ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ, ਪਤੀ ਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ। ਤੇ ਕੀ ਆਖਦੇ ਨੇ ਪੂਛਤ ਨਾ ਜੋਤਿਕ। ਗੁਰਸਿੱਖ ਜੋਤਸ਼ੀਆਂ ਕੋਲ ਪੁੱਛਣ ਨਹੀਂ ਜਾਂਦਾ ਕਿ ਮੈਂ ਕੀ ਕਰਾਂ, ਮੇਰੇ ਘਰ ਦਾ ਕਲੇਸ਼ ਕਿਵੇਂ ਖਤਮ ਹੋਵੇ, ਮੇਰੇ ਘਰ ਸੁੱਖ ਕਿਵੇਂ ਆਏ। ਗੁਰਸਿੱਖ ਜੋਤਸ਼ੀਆਂ ਕੋਲ ਨਹੀਂ ਜਾਂਦਾ, ਗੁਰਸਿੱਖ ਆਉਂਦਾ ਹੈ ਗੁਰੂ ਦੇ ਕੋਲ ਕਿ ਮੇਰੀ ਪਰੇਸ਼ਾਨੀ ਕਿਵੇਂ ਦੂਰ ਹੋਵੇ, ਮੇਰੇ ਘਰ ਵਿੱਚ ਆਤਮਿਕ ਸੁਖ ਸ਼ਾਂਤੀ ਮੈਨੂੰ ਕਿਵੇਂ ਮਿਲੇ। ਉਹ ਗੁਰੂ ਤੋਂ ਪੁੱਛਦਾ ਹੈ ਆ ਕੇ, ਤੇ ਗੁਰੂ ਦੱਸਦਾ ਹੈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੂੰ ਆਪਣੇ ਆਪ ਦੀ ਵਿਚਾਰ ਕਰ, ਅਵਗੁਣਾਂ ਨੂੰ ਪਾਸੇ ਕਰ, ਤੇਰੇ ਘਰ ਵਿੱਚ ਸੁਖ ਆ ਜਾਏਗਾ। ਪੁੱਛਤ ਨਾ ਜੋਤਿਕ वेद किस बार थित ग्रह और शक ग्रह और नक्षत्र की ना शंका और तारी है। वो किसी ग्रह की किसी नक्षत्र की ओदी शंका ਨੂੰ ਮਨ ਵਿੱਚ ਨਹੀਂ ਧਾਰਦਾ, ਐਸੇ ਭਰਮ ਨੂੰ ਆਪਣੇ ਅੰਦਰ ਨਹੀਂ ਮੰਨਦਾ, ਸਾਰੇ ਕੱਢ ਦਿੰਦਾ ਹੈ। ਉਹ ਕਿਸੇ ਰਾਸ਼ੀ ਤੇ ਅੱਜ ਕੀ ਗ੍ਰਹਿ ਹੈ, ਕਿਹੜਾ ਰਾਹੂ ਤੇ ਕੇਤੂ ਹੈ, ਕਿਹੜੇ ਕੱਪੜੇ ਪਾਉਣੇ ਨੇ, ਕਿਹੜੇ ਰੰਗ ਦੀ ਮੁੰਦਰੀ ਪਾਉਣੀ ਹੈ, ਜੋ ਦੱਸਿਆ ਜਾਂਦਾ ਹੈ ਕਿ ਅੱਜ ਦੀ ਰਾਸ਼ੀ, ਅੱਜ ਦਾ ਗ੍ਰਹਿ ਕੀ ਹੈ, ਤੁਹਾਡੇ ਲਈ ਕਿਹੜਾ ਦਿਨ ਚੰਗਾ ਹੈ ਤੇ ਮਾੜਾ ਹੈ। ਪਰ ਭਾਈ ਗੁਰਦਾਸ ਜੀ ਆਖਦੇ ਨੇ ਗੁਰਸਿੱਖ ਐਸੇ ਕਰਮ ਨਹੀਂ ਕਰਦਾ, ਪਰ ਉਹੀ ਕਰੇਗਾ ਗਿਆਨਹੀਨ ਅਗਿਆਨ ਪੂਜਾ। ਤੇ ਭਾਈ ਗੁਰਦਾਸ ਜੀ ਆਖਦੇ ਨੇ ਜਾਨਤ ਨਾ ਲਗਨ ਸ਼ਗਨ ਆਨ ਦਿਓ ਸੇਵ, ਕਿ ਜਿਹੜਾ ਗੁਰਸਿੱਖ ਹੈ ਉਹ ਕਿਸੇ ਲਗਨ ਸ਼ਗਨ ਕਿ ਕਿਹੜਾ ਸਮਾਂ ਚੰਗਾ ਹੈ, ਮਹੂਰਤ ਦਾ ਕਿਹੜਾ ਸਮਾਂ ਹੈ, ਪਰ ਉਹ ਕਿਸੇ ਐਸੇ ਲਗਨ ਸ਼ਗਨ ਦੀ ਵਿਚਾਰ ਨਹੀਂ ਕਰਦਾ। ਉਹ ਪੱਤਰ ਹੀ ਨਹੀਂ ਵਾਜਦਾ ਕਿ ਦੱਸੋ ਮੈਂ ਕਾਰਜ ਕਰਨਾ ਹੈ ਕਿ ਕਿਹੜਾ ਸਮਾਂ ਠੀਕ ਹੈ, ਕਿਹੜਾ ਗਲਤ ਹੈ। ਉਹ ਕਿਸੇ ਕੋਲ ਨਹੀਂ ਜਾਂਦਾ।
ਉਹ ਗੁਰੂ ਕੋਲ ਆਉਂਦਾ ਹੈ, ਗੁਰੂ ਤੋਂ ਪੁੱਛਦਾ ਹੈ। ਤੇ ਬਾਦਸ਼ਾਹ ਅਗਨੀ ਤੂੰ ਬਾਹਰ ਦੀਆਂ ਪੱਤਰੀਆਂ ਤੇ ਵਾਚੀ ਜਾ ਰਿਹਾ ਹੈ, ਪਰ ਜਿਹੜੀ ਅਸਲ ਪੱਤਰੀ ਆ ਉਸ ਨੂੰ ਵਾਚਿਆ ਨਹੀਂ। ਮਨ ਕੀ ਪੱਤਰੀ ਵਾਚਨੀ ਸੁਖੀ ਹੂੰ ਸੁਖਸਾਰ। ਇਹ ਭਾਈ ਜਿੱਦਣ ਮਨ ਦੀਆਂ ਪਰਤਾਂ ਖੁੱਲਣੀਆਂ ਆ ਗਈਆਂ, ਜ਼ਿੰਦਗੀ ਅੰਦਰ ਸੁਖ ਆ ਜਾਏਗਾ। ਜੇ ਮਨ ਦੀਆਂ ਪਰਤਾਂ ਨਾ ਖੁੱਲੀਆਂ, ਬਾਹਰ ਜਿਤਨੀਆਂ ਮਰਜ਼ੀ ਅਸੀਂ ਪੱਤਰੀਆਂ ਕਢਾਈ ਜਾਈਏ, ਪਰ ਸੁਖ ਨਹੀਂ ਆਏਗਾ ਜ਼ਿੰਦਗੀ ਅੰਦਰ। ਜਾਨਤ ਨਾ ਲਗਨ ਸ਼ਗਨ ਆਨ ਦਿਓ ਸੇਵ। ਗੁਰਸਿੱਖ ਗੁਰੂ ਤੋਂ ਬਿਨਾ ਗੁਰ ਜੈਸਾ ਨਾਹੀ ਕੋ ਦੇਵ। ਹੋਰ ਕਿਸੇ ਦੀ ਸੇਵਾ ਵਿੱਚ ਨਹੀਂ ਜਾਂਦਾ, ਹੋਰ ਕਿਸੇ ਨੂੰ ਮੰਨਦਾ ਨਹੀਂ, ਪੂਜਦਾ ਨਹੀਂ। ਪੂਜੋ ਰਾਮ ਏਕ ਹੀ ਦੇਵਾ ਸਾਚਾ, ਨਾਵਨ ਗੁਰ ਕੀ ਸੇਵਾ। ਤੇ ਭਾਈ ਗੁਰਦਾਸ ਜੀ ਆਖਦੇ ਨੇ ਸ਼ਬਦ ਸੁਰਤ ਲਿਵ ਨੇਹੋ ਨਿਰੰਕਾਰੀ ਹੈ। ਗੁਰਸਿੱਖੀ ਕਰਮ ਕਰਦਾ ਹੈ ਸ਼ਬਦ ਦੇ ਅੰਦਰ ਸੁਰਤ ਜੋੜ ਕੇ ਉਸ ਪ੍ਰਭੂ ਦੇ ਨਾਲ ਸਾਂਝ ਪਾਉਂਦਾ ਹੈ। ਇਹ ਗੁਰਸਿੱਖ ਦੇ ਕਰਮ ਨੇ। ਸ਼ਬਦ ਦੀ ਵਿਚਾਰ ਦੇ ਵੱਲ ਵਾਪਸ ਆਈਏ ਕਿ ਗਿਆਨਹੀਨ ਅਗਿਆਨ ਪੂਜਾ। ਆਤਮਿਕ ਗਿਆਨ ਤੋਂ ਸਖਣਾ ਮਨੁੱਖ ਅਗਿਆਨਤਾ ਵਾਲੇ ਕਰਮਾਂ ਨੂੰ ਪਸੰਦ ਕਰਦਾ ਹੈ, ਅਗਿਆਨਤਾ ਵਸ ਪੈ ਕੇ ਪੂਜਾ ਕਰਦਾ ਹੈ ਉਹ। ਤੇ ਪਾਤਸ਼ਾਹ ਆਖਦੇ ਨੇ ਅੰਧ ਵਰਤਾਵਾ। ਕਰਮ ਕਾਂਡ ਕੀ ਨੇ? ਅੰਧ ਵਰਤਾਵਾ। ਵਰਤਾਵਾ ਤੋਂ ਭਾਵ ਵਰਤਨ ਵਿਹਾਰ। ਹੀ ਭਾਈ ਐਸੇ ਕਰਮ ਕਾਂਡ ਕੀਤਿਆਂ ਸਾਡੇ ਆਤਮਿਕ ਜੀਵਨ ਨੂੰ ਕੋਈ ਲਾਭ ਨਹੀਂ ਹੋਵੇਗਾ, ਕੋਈ ਫਾਇਦਾ ਨਹੀਂ ਹੋਵੇਗਾ ਜਿੰਨਾ ਚਿਰ ਮਰਜ਼ੀ ਅਸੀਂ ਇਹ ਕਰਮ ਕਾਂਡ ਕਰਦੇ ਰਹੀਏ। ਪਰ ਜੇ ਆਖੀ ਨਾ ਸਾਡੇ ਅੰਦਰ ਬਦਲਾਵ ਆ ਜਾਏਗਾ, ਨਹੀਂ ਆ ਸਕਦਾ, ਕਿਉਂਕਿ ਕਰਮ ਹੀ ਉਹ ਹੋ ਰਹੇ ਨੇ ਜਿਨ੍ਹਾਂ ਨਾਲ ਅੰਦਰ ਬਦਲ ਨਹੀਂ ਸਕਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਆਖਦੇ ਨੇ ਫਰੀਦਾ ਜਿੰਨੀ ਕਮੀ ਨਾਹੀ ਗੁਣ। ਜਿਨ੍ਹਾਂ ਕਰਮਾਂ ਅੰਦਰੋਂ ਤੈਨੂੰ ਕੋਈ ਗੁਣ ਨਹੀਂ ਮਿਲ ਰਿਹਾ ਤੇ ਕਮੜੇ ਵਿਸਾਰ ਅਵਰ ਕਾਜ ਤੇਰੇ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ ਹੀ ਭਾਈ। ਤੂੰ ਅਵਰ ਕਾਜਾਂ ਨੂੰ ਤਿਆਗ ਦੇ, ਛੱਡ ਦੇ, ਜਿਨ੍ਹਾਂ ਨਾਲ ਤੈਨੂੰ ਆਤਮਿਕ ਸਕੂਨ ਨਹੀਂ ਮਿਲ ਰਿਹਾ, ਆਤਮਿਕ ਸ਼ਾਂਤੀ ਨਹੀਂ ਮਿਲ ਰਹੀ। ਕਰਮੀ ਸਹਿਜ ਨਾ ਉਪਜੈ ਵਿਨ ਸਹਿਜੇ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਤੇ ਪਾਤਸ਼ਾਹ ਦੇ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਚਿਤ ਲਾਏ। ਹੀ ਭਾਈ ਕਰਮ ਕਾਂਡਾਂ ਵਿੱਚ ਪੈ ਕੇ ਅੰਦਰ ਦਾ ਤੋਖਲਾ, ਅੰਦਰ ਦੀ ਮਲੀਨਤਾ ਇਹ ਖਤਮ ਨਹੀਂ ਹੋਵੇਗੀ ਜਿਤਨੀ ਮਰਜ਼ੀ ਅਸੀਂ ਕਰਦੇ ਰਹੀਏ। ਪਾਤਸ਼ਾਹ ਕਦੇ ਨੇ ਅੰਧ ਵਰਤਾਵਾ ਭਾਉ ਦੂਜਾ। ਭਾਉ ਦੂਜਾ, ਭਾਉ ਦਾ ਅਰਥ ਪ੍ਰੇਮ, ਦੂਸਰਾ ਦੂਜਾ ਦਾ ਅਰਥ ਦੂਸਰਾ। ਪਾਤਸ਼ਾਹ ਦੇ ਜਿਹੜਾ ਪ੍ਰੇਮ ਹੈ ਉਹ ਪਹਿਲਾਂ ਰੱਬ ਨਾਲ ਨਹੀਂ ਹੈਗਾ, ਉਹ ਦੂਸਰੇ ਨੰਬਰ ਤੇ ਮਾਇਆ ਦੇ ਨਾਲ ਹੈ। ਭਾਉ ਦੂਜਾ ਮਾਇਆ ਦੇ ਨਾਲ ਹੈ ਕਿ ਕਿਤੇ ਨਾ ਕਿਤੇ ਕਰਮ ਕਾਂਡ ਦੇ ਪਿੱਛੇ ਮਨੁੱਖ ਦੀ ਭਾਵਨਾ ਹੈ ਕਿ ਮੈਨੂੰ ਕੁਝ ਮਿਲ ਜਾਏ। ਉਸ ਮਿਲਨ ਨੂੰ ਪਾਤਸ਼ਾਹ ਮਾਇਆ ਆਖਦੇ ਨੇ, ਕਿਉਂਕਿ ਮਾਇਆ ਅੰਦਰ ਸਭ ਕੁਝ ਆ ਜਾਂਦਾ ਹੈ। ਕਰਮ ਕਾਂਡ ਜੋ ਮਨੁੱਖ ਕਰ ਰਿਹਾ ਹੈ ਅਗਿਆਨਤਾ ਵਸ ਹੋ ਕੇ, ਉਹਦੇ ਪਿੱਛੇ ਭਾਵਨਾ ਮਾਇਆ ਦੀ ਹੈ, ਸੰਸਾਰ ਦੇ ਸੁੱਖਾਂ ਦੀ ਹੈ, ਪਦਾਰਥਾਂ ਦੀ ਹੈ, ਕਾਮਨਾ ਹੈ। ਪਰ ਬਾਦਸ਼ਾਹ ਅਗਨੀ ਦੇ ਸਭ ਤੋਂ ਵੱਡਾ ਮਨੁੱਖ ਦੀ ਜ਼ਿੰਦਗੀ ਅੰਦਰ ਇਹੋ ਭਰਮ ਹੈ, ਆਪਣੇ ਮੂਲ ਦੇ ਨਾਲ ਟੁੱਟਣਾ, ਆਪਣੇ ਮੂਲ ਨੂੰ ਆਪਣੇ ਆਪ ਤੋਂ ਬਾਹਰ ਸਮਝਣਾ, ਵੱਖਰਾ ਸਮਝਣਾ, ਜਿਸ ਨੂੰ ਭਗਤ ਰਵਿਦਾਸ ਸਾਹਿਬ ਜੀ ਆਖਦੇ ਨੇ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹੇ ਅਸੀਂ ਭਰਮ ਮੰਨ ਕੇ ਬੈਠੇ ਹਾਂ, ਤੈਨੂੰ ਅਸੀਂ ਆਪਣੇ ਤੋਂ ਬਾਹਰ ਸਮਝ ਰਹੇ ਹਾਂ, ਵੱਖਰਾ ਸਮਝ ਰਹੇ ਹਾਂ, ਪਰ ਨਹੀਂ, ਤੂੰ ਵੱਖਰਾ ਨਹੀਂ, ਪਰ ਸਾਨੂੰ ਸਮਝ ਹੀ ਨਹੀਂ, ਤੂੰ ਤੇ ਸਾਡੇ ਅੰਦਰ ਵਸ ਰਿਹਾ। ਕਹੋ ਨਾਨਕ ਗੁਰ ਬਿਨ ਨਾਹੀ ਸੁਝੈ, ਹਰ ਸਾਜਨ ਸਭ ਕੇ ਨਿਕਟ ਖੜਾ। ਉਸ ਸੱਜਣ ਦੀ ਸਮਝ ਸਾਨੂੰ ਗੁਰੂ ਤੋਂ ਬਿਨਾਂ ਨਹੀਂ ਆਏਗੀ ਜਿਹੜਾ ਸਾਡੇ ਅੰਦਰ ਹੈ। ਤੇ ਜਿੰਨਾ ਚਿਰ ਅੰਦਰ ਬਾਰੇ ਦੀ ਸਮਝ ਨਹੀਂ ਆਉਂਦੀ, ਉਹਨਾਂ ਚਿਰ ਅਗਿਆਨਤਾ ਦੀ ਪੂਜਾ ਹੁੰਦੀ ਰਹੇਗੀ, ਉਹਨਾਂ ਚਿਰ ਇਹ ਮਨ ਬਾਹਰ ਭਟਕਦਾ ਰਹੇਗਾ।
ਪਰ ਜਿੱਦਣ ਗੁਰੂ ਗਿਆਨ ਦੀ ਰਾਹੀਂ ਆਪਣੀ ਵਿਵੇਕ ਦੀਪ ਨੂੰ ਅਸੀਂ ਦੀਪਕ ਨੂੰ ਅੰਦਰ ਬਾਲ ਲਿਆ ਤੇ ਉਦੋਂ ਸਾਡੇ ਅੰਦਰ ਦੇ ਗੁਣ ਤੇ ਅਵਗੁਣ, ਸਾਡੇ ਅੰਦਰ ਦੀਆਂ ਚੰਗਿਆਈਆਂ ਤੇ ਬੁਰਾਈਆਂ ਸਾਨੂੰ ਨਜ਼ਰ ਆਉਣਗੀਆਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਪੜੀ ਸੁਣੀ ਗੁਰਮਤਿ ਵਿਚਾਰ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸੇ। ਹੋਈ ਭੁੱਲ ਚੁੱਕ ਦੀ ਖਿਮਾ, ਅਦਬ ਸਤਿਕਾਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।